ਸਤਿ ਸ੍ਰੀ ਅਕਾਲ। ਤੁਸੀਂ ਪੰਜਾਬਿਸਤਾਨ ਟੀਵੀ ਦੇਖ ਰਹੇ ਹੋ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਇਸ ਵੇਲੇ ਸੰਯੁਕਤ ਕਿਸਾਨ ਮੋਰਚੇ ਤੋਂ ਆਲ ਇੰਡੀਆ ਕਿਸਾਨ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਸਰਦਾਰ ਪ੍ਰੇਮ ਸਿੰਘ ਭੰਗੂ ਮੌਜੂਦ ਨੇ। ਕਿਸਾਨਾਂ ਦੇ ਇਸ ਅੰਦੋਲਨ ਦੇ ਵਿੱਚ ਇਸ ਵੇਲੇ ਸਥਿਤੀ ਕਿਸ ਤਰ੍ਹਾਂ ਦੀ ਚੱਲ ਰਹੀ ਹੈ? ਜਿਸ ਤਰ੍ਹਾਂ ਅਸੀਂ ਸੋਸ਼ਲ ਮੀਡੀਆ ਤੇ ਕਾਫੀ ਵਾਦ ਵਿਵਾਦ ਹੋ ਰਿਹਾ, ਤਸਵੀਰਾਂ ਵੀ ਦੇਖਦੇ ਹਾਂ ਕਿ ਪੰਡਾਲ ਦੇ ਵਿੱਚੋਂ ਬੈਕ ਤੋਂ ਜਾਂ ਜਦੋਂ ਪੰਡਾਲ ਤੇ ਕੋਈ ਉੱਥੇ ਪੰਡਾਲ 'ਚ ਕੋਈ ਮੌਜੂਦ ਨਹੀਂ ਹੁੰਦਾ, ਇਹੋ ਜਿਹੀਆਂ ਤਸਵੀਰਾਂ ਸਾਹਮਣੇ ਆਉਂਦੀਆਂ। ਹੁੰਦਾ ਤਾਂ ਇਹ ਆ ਕਿ ਦੂਜੇ ਪੱਖ ਵੱਲੋਂ, ਜਿਵੇਂ ਕਿ ਸਰਕਾਰੀ ਧਿਰ ਵੱਲੋਂ ਹੋਣ, ਪਰ ਜਦੋਂ ਆਪਣਿਆਂ ਵੱਲੋਂ ਇਹੋ ਜਿਹੀਆਂ ਤਸਵੀਰਾਂ ਪੋਸਟ ਕੀਤੀਆਂ ਜਾਂਦੀਆਂ ਤਾਂ ਸਵਾਲ ਪੁੱਛਣੇ ਲਾਜ਼ਮੀ ਨੇ ਕਿ ਆਖਿਰਕਾਰ ਜ਼ਮੀਨੀ ਹਕੀਕਤ ਕੀ ਹੈ। ਭੰਗੂ ਸਾਹਿਬ, ਇਹਨਾਂ ਕੇਸਾਂ ਦੇ ਵਿੱਚ ਜਿਹੜੇ ਨੌਜਵਾਨ ਜੇਲ੍ਹਾਂ ਦੇ ਵਿੱਚ ਗ੍ਰਿਫਤਾਰ ਹੋਏ ਸੀ, ਉਸ ਕਮੇਟੀ ਨੂੰ ਵੀ ਜਿਹੜੀ ਉਹਦੀ ਅਗਵਾਈ ਕਰ ਰਹੇ ਨੇ, ਉਹਨਾਂ ਨੂੰ ਵੀ ਦੇਖ ਰਹੇ ਨੇ ਕਿਉਂਕਿ ਪੇਸ਼ੇ ਤੋਂ ਵਕੀਲ ਵੀ ਨੇ। ਉਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਤੀਜੀ ਗੱਲ ਇਹ ਕਿ ਕਿਸਾਨ ਸਰਕਾਰ ਦੀ ਇਸ ਬੇਫਿਕਰੀ ਲਈ ਜ਼ਿੰਮੇਵਾਰ ਕਿਸ ਨੂੰ ਮੰਨਦੇ ਨੇ? ਕੀ ਸਰਕਾਰ ਬੇਫਿਕਰ ਹੈ ਸੱਚਮੁੱਚ? ਇਸ ਗੱਲ ਦੇ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਭੰਗੂ ਸਾਹਿਬ, ਤੁਹਾਡਾ ਸਵਾਗਤ ਹੈ ਪੰਜਾਬਿਸਤਾਨ ਟੀਵੀ ਤੇ। ਬਹੁਤ ਮਿਹਰਬਾਨੀ, ਸ਼ੁਕਰੀਆ ਜੀ। ਭੰਗੂ ਸਾਹਿਬ, ਸਭ ਤੋਂ ਪਹਿਲਾਂ ਮੇਰਾ ਸਵਾਲ ਇਹੀ ਹੈ ਕਿ ਸਰਕਾਰ ਬੇਫਿਕਰ ਹੋ ਗਈ ਹੈ, ਤੇ ਜੇ ਬੇਫਿਕਰ ਹੈ ਤੇ ਇਸ ਬੇਫਿਕਰੀ ਲਈ ਜ਼ਿੰਮੇਵਾਰ ਕੌਣ ਹੈ? ਦੇਖੋ, ਸਵਾਲ ਇਹ ਹੈ ਜੀ, ਜੇ ਸਰਕਾਰ ਬੇਫਿਕਰ ਹੋਵੇ ਤਾਂ ਉਹ ਇਹ ਬਿਆਨ ਦੇਣ ਦੀ ਉਹਨੂੰ ਕਿਉਂ ਜ਼ਰੂਰਤ ਪਵੇ ਕਿ ਭੀੜਾਂ ਨਾਲ ਕੋਈ ਮਸਲੇ ਹੱਲ ਨਹੀਂ ਹੁੰਦੇ। ਉਹਨਾਂ ਨੂੰ ਜਿਹੜੇ ਕਿਸਾਨਾਂ ਦੀਆਂ ਭੀੜਾਂ ਨੇ, ਭਾਵੇਂ ਉਹ ਪੰਜਾਬ 'ਚ ਹੋਣ, ਹਰਿਆਣੇ 'ਚ ਹੋਣ ਜਾਂ ਬਾਕੀ ਦੇਸ਼ ਦੇ ਹਰ ਕੋਨੇ ਦੇ ਵਿੱਚ ਹੋਣ, ਉਹ ਕਿਤੇ ਨਾ ਕਿਤੇ ਸਰਕਾਰ ਦੀ ਨੀਂਦ ਹਰਾਮ ਕਰ ਰਹੀਆਂ ਨੇ ਔਰ ਉਹਨੂੰ ਸਤਾ ਰਹੀਆਂ ਨੇ। ਨਹੀਂ ਤਾਂ ਉਹ ਬੇਫਿਕਰ ਹੋਣਾ ਚਾਹੀਦਾ ਉਸਨੂੰ। ਤਾਂ ਜੇ ਬਿਆਨ ਦੇਣਾ ਤਾਂ ਉਹਨਾਂ ਦੀ ਕਿਤੇ ਨਾ ਕਿਤੇ ਚਿੰਤਾ ਜ਼ਰੂਰ ਹੈ, ਪਰ ਇੱਕ ਪ੍ਰੈਸਟੀਜ ਤੇ ਈਗੋ ਦਾ ਸਵਾਲ ਹੈ। ਸਰਕਾਰ ਜਦੋਂ ਇਹ ਮੰਨੀ ਬੈਠੀ ਹੈ ਕਿ ਜਿਹੜੇ ਖੇਤੀ ਕਾਨੂੰਨ ਬਣੇ, ਇਹ ਖੇਤੀ ਕਾਨੂੰਨ ਨਾ ਤਾਂ ਕਿਸਾਨਾਂ ਨਾਲ ਕੋਈ ਸਲਾਹ ਮਸ਼ਵਰਾ ਕੀਤਾ ਜੀ, ਔਰ ਇਹ ਖਾਸ ਕਰਕੇ ਵਪਾਰੀਆਂ ਲਈ ਬਣਾਏ ਗਏ। ਇਹ ਉਹ 11 ਗੇੜ ਦੀ ਗੱਲਬਾਤ ਦੇ ਵਿੱਚ ਮੰਨੀ ਬੈਠੀ ਹੈ, ਔਰ ਇਹ ਵੀ ਉਸਨੂੰ ਅਸੀਂ ਤਰਕਹੀਣ ਕੀਤਾ ਹੈ ਵੀ ਇਹ ਜਿਹੜੇ ਕਾਨੂੰਨ ਨੇ ਕਿਸਾਨਾਂ ਦੇ ਭਲੇ ਲਈ ਹੈ ਜਾਂ ਕਾਨੂੰਨ ਬਿਲਕੁਲ ਠੀਕ ਨੇ। ਉਹ ਇਸ ਗੱਲ ਦੇ ਵਿੱਚ ਵੀ ਫੇਲ ਹੋਈ ਹੈ ਸਾਬਤ ਕਰਨ ਦੇ ਵਿੱਚ। ਮੈਂ ਪੇਸ਼ੇ ਤੋਂ ਵਕੀਲ ਹਾਂ। ਅਸੀਂ ਵਿਦ ਆਰਗੂਮੈਂਟ ਇਹ ਸਾਬਤ ਕਰ ਦਿੱਤਾ ਹੈ ਕਿ ਕਾਨੂੰਨ ਤੁਹਾਡੇ ਅਨਕਨਸਟੀਟਿਊਸ਼ਨਲ ਨੇ, ਅਲਟਰਾ ਵਾਇਰਸ ਆਫ ਦਾ ਕਨਸਟੀਟਿਊਸ਼ਨ ਹੈ। ਇਹ ਤੁਸੀਂ ਬਣਾ ਹੀ ਨਹੀਂ ਸਕਦੇ ਕਿਉਂਕਿ ਐਗਰੀਕਲਚਰ ਸਟੇਟ ਸਬਜੈਕਟ ਹੈ। ਤੁਸੀਂ ਕੰਕਰੈਂਟ ਲਿਸਟ ਦੀ ਐਂਟਰੀ 33 ਦੇ ਵਿੱਚ ਜਿਹੜੀ ਟ੍ਰੇਡ ਤੇ ਕਮਰਸ ਨਾਲ ਸੰਬੰਧਿਤ ਹੈ, ਉਹਦੇ ਤਹਿਤ ਤੁਸੀਂ ਸੂਬਿਆਂ ਦੇ ਅਧਿਕਾਰਾਂ ਦੇ ਉੱਪਰ ਛਾਪਾ ਨਹੀਂ ਮਾਰ ਸਕਦੇ, ਨਾ ਖੇਤੀਬਾੜੀ ਦੇ ਤੁਹਾਨੂੰ ਕਾਨੂੰਨ ਬਣਾਉਣ ਦਾ ਕੋਈ ਅਧਿਕਾਰ ਹੈ। ਇਸ ਦਾ ਉਹਨਾਂ ਕੋਲ ਕੋਈ ਜਵਾਬ ਨਹੀਂ। ਜਦੋਂ ਕੋਈ ਕਾਨੂੰਨ ਮੁੱਢ ਤੋਂ ਹੀ ਅਨਕਨਸਟੀਟਿਊਸ਼ਨਲ ਹੋਵੇ ਤਾਂ ਉਸ ਦੇ ਅੱਗੇ ਤਾਂ ਫਿਰ ਬਹਿਸ ਕਰਨ ਦਾ ਕੋਈ ਸਵਾਲ ਨਹੀਂ ਹੁੰਦਾ। ਭੰਗੂ ਸਾਹਿਬ, ਸਰਕਾਰ ਇਸ ਦਲੀਲਾਂ ਦੇ ਨਾਲ ਸਹਿਮਤ ਹੈ? ਸਰਕਾਰ ਜੇ ਸਹਿਮਤ ਹੈ ਤਾਂ ਹੀ ਤਾਂ ਸੁਪਰੀਮ ਕੋਰਟ ਜਾਂਦੀ ਹੈ। ਜਦੋਂ ਇਹ ਗੱਲ ਹੁੰਦੀ ਹੈ ਤਾਂ ਸਰਕਾਰ ਇਹ ਤਰਕ ਪੇਸ਼ ਕਰਦੀ ਹੈ ਕਿ ਇਸ ਗੱਲ ਦਾ ਸੁਪਰੀਮ ਕੋਰਟ ਤੋਂ ਫੈਸਲਾ ਕਰਵਾ ਲਓ। ਅਸੀਂ ਕਿਹਾ ਵੀ ਸੁਪਰੀਮ ਕੋਰਟ ਤੋਂ ਫੈਸਲਾ ਤਾਂ ਕਰਾਈਏ ਜੇ ਕਾਨੂੰਨ ਸੁਪਰੀਮ ਕੋਰਟ ਨੇ ਬਣਾਏ ਹੋਣ। ਕਾਨੂੰਨ ਤਾਂ ਸਰਕਾਰ ਨੇ ਬਣਾਏ ਨੇ, ਉਹਦੀ ਪਾਰਲੀਮੈਂਟ ਨੇ ਬਣਾਏ ਨੇ। ਇਸ ਲਈ ਸਰਕਾਰ ਲੋਕਾਂ ਨੂੰ ਆਨਸਰੇਬਲ ਹੈ। ਲੋਕ ਐਜੀਟੇਸ਼ਨ ਕਰ ਰਹੇ ਨੇ। ਤੁਸੀਂ ਖੇਤੀਬਾੜੀ ਦੇ ਉੱਪਰ ਇਸ ਦੇ ਪ੍ਰਬੰਧ ਨੂੰ ਕੁਝ ਕਾਰਪੋਰੇਟ ਘਰਾਣਿਆਂ ਨੂੰ ਸੌਂਪਣ ਦੇ ਲਈ ਇਹ ਉਪਰਾਲਾ, ਇਹ ਸਾਜ਼ਿਸ਼ ਰਚੀ ਹੈ। ਸੋ ਇੱਕ ਕਿਸਮ ਦੀ ਪੋਲੀਟੀਕਲ ਫਾਈਟ ਹੈ। ਇਸ ਤੁਸੀਂ ਪੋਲੀਟੀਕਲ ਐਂਗਲ ਤੋਂ ਹੀ ਲੈ ਰਹੇ ਹੋ, ਤਾਂ ਹੀ ਐਜੀਟੇਸ਼ਨ ਸਾਰੇ ਦੇਸ਼ ਦੇ ਵਿੱਚ ਫੈਲੀ ਹੋਈ ਹੈ। ਇਹ ਕੋਈ ਇੰਡੀਵਿਜੂਅਲ ਮਾਮਲਾ ਨਹੀਂ ਵੀ ਕਿਸੇ ਇੱਕ ਦੇ ਅਧਿਕਾਰ ਨਾਲ ਛਾਪਾ ਪਿਆ, ਉਹ ਹਾਈ ਕੋਰਟ ਜਾਂ ਸੁਪਰੀਮ ਕੋਰਟ ਜਾਵੇ। ਹਾਈ ਕੋਰਟ ਤੇ ਸੁਪਰੀਮ ਕੋਰਟਾਂ ਦਾ ਸਾਨੂੰ ਪਹਿਲਾਂ ਪਤਾ ਹੈ ਕਿ ਉੱਥੇ ਬਹੁਤ ਲੰਬਾ ਸਮਾਂ ਕੇਸਾਂ ਦੇ ਫੈਸਲੇ ਨਹੀਂ ਹੁੰਦੇ। ਜੇ ਅਸੀਂ ਸੁਪਰੀਮ ਕੋਰਟ ਕੋਲ ਪਟੀਸ਼ਨ ਫਾਈਲ ਕਰੀਏ ਤਾਂ ਸੁਪਰੀਮ ਕੋਰਟ ਹੋ ਸਕਦਾ ਇਸ ਨੂੰ ਐਡਮਿਟ ਕਰ ਦੇਵੇ, ਔਰ ਐਡਮਿਟ ਕਰਨ ਤੋਂ ਬਾਅਦ ਉਹ ਇਸ ਨੂੰ 5 ਜਾਂ 7 ਸਾਲ ਕੋਲਡ ਸਟੋਰੇਜ ਬਾਰੇ ਸੁਣੇ ਹੀ ਨਾ। ਤਾਂ ਇੰਨੀ ਦੇਰ 'ਚ ਜੋ ਸਰਕਾਰ ਹੈ ਸਾਰੇ ਦੇਸ਼ 'ਚ ਕਾਨੂੰਨ ਲਾਗੂ ਕਰਕੇ ਖੇਤੀਬਾੜੀ ਨੂੰ ਬਰਬਾਦ ਕਰ ਦੇਵੇ ਜਾਂ ਕਿਸਾਨਾਂ ਨੂੰ ਜ਼ਮੀਨਾਂ ਤੋਂ ਬੇਦਖਲ ਕਰਕੇ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਨੂੰ ਸੌਂਪ ਦੇਵੇ। ਅਜਿਹਾ ਅਸੀਂ ਨਹੀਂ ਚਾਹੁੰਦੇ। ਇਸ ਲਈ ਸਾਡਾ ਕੋਈ ਸੁਪਰੀਮ ਕੋਰਟ ਤੇ ਇਸ ਕਿਸਮ ਦਾ ਜਾਣ ਦਾ ਕੋਈ ਪ੍ਰੋਗਰਾਮ ਵੀ ਨਹੀਂ ਹੈ। ਔਰ ਦੂਜਾ, ਜੁਡੀਸ਼ਰੀ ਦੀ ਹਾਲਤ ਤੁਹਾਨੂੰ ਪਤਾ ਹੈ ਕਿ ਜੁਡੀਸ਼ਰੀ ਉਸ ਕਦਰ ਇੰਡੀਪੈਂਡੈਂਟ ਨਹੀਂ ਹੈ।
ਕਿਤੇ ਨਾ ਕਿਤੇ ਭਾਵੇਂ ਸੁਪਰੀਮ ਕੋਰਟ ਉੱਚੀ ਅਦਾਲਤ ਹੋਵੇ, ਉਹਨਾਂ ਦਾ ਸਤਿਕਾਰ ਜ਼ਰੂਰ ਹੈ, ਪਰ ਸਰਕਾਰ ਕਿਤੇ ਨਾ ਕਿਤੇ ਅਸਰਅੰਦਾਜ਼ ਜ਼ਰੂਰ ਹੁੰਦੀ ਹੈ। ਪਿਛਲਾ ਇਤਿਹਾਸ ਸਾਨੂੰ ਦੱਸਦਾ ਹੈ, ਭਾਵੇਂ 3 ਤਲਾਕ ਦਾ ਮਾਮਲਾ ਸੀ ਜਾਂ 370 ਦਾ ਸਵਾਲ ਸੀ ਜਾਂ ਕੋਈ ਹੋਰ ਫੈਸਲੇ ਆਏ, ਤਾਂ ਰਾਮ ਮੰਦਿਰ ਦੇ ਸਵਾਲ ਤੇ ਵੀ ਜੋ ਸਰਕਾਰ ਹੈ ਸੁਪਰੀਮ ਕੋਰਟ ਦੇ ਫੈਸਲਿਆਂ ਤੇ ਅਸਰਅੰਦਾਜ਼ ਹੋਈ। ਇਸ ਲਈ ਬਹੁਤ ਵੱਡਾ ਲੜਾਈ ਹੈ, ਜਿਹੜੀ ਸਾਰੇ ਦੇਸ਼ ਦੇ ਕਿਸਾਨਾਂ ਦੀ 70% ਲੋਕਾਂ ਦੀ ਲੜਾਈ ਹੈ। ਇਸ ਨੂੰ ਇੰਨੀ ਆਸਾਨੀ ਨਾਲ ਅਸੀਂ ਕੋਰਟ ਨਹੀਂ ਛੱਡ ਸਕਦੇ। ਫਾਈਟ ਦੀ ਗੱਲ ਕਰ ਰਹੇ ਹੋ ਕਿ ਇਹ ਪੋਲੀਟੀਕਲ ਫਾਈਟ ਹੈ, ਤਾਂ ਫਿਰ ਇਸ ਸਿਆਸੀ ਜੰਗ ਨੂੰ ਜਿਹੜਾ ਜਿੱਤਣ ਦੇ ਲਈ ਤੁਸੀਂ ਸਿਆਸੀ ਹੱਥਕੰਡਾ ਕਿਉਂ ਨਹੀਂ ਅਪਣਾਉਂਦੇ? ਸਿਆਸਤ ਦੇ ਵਿੱਚ ਕਿਸਾਨ ਐਂਟਰੀ ਕਿਉਂ ਨਹੀਂ ਮਾਰਦੇ? ਨਹੀਂ, ਦੇਖੋ ਇਸ ਤਰ੍ਹਾਂ ਜੀ, ਵੀ ਅਗਰ ਇਸ ਨੂੰ ਕੋਈ ਸਿਆਸੀ ਰੰਗਤ ਦੇ ਰਹੀ ਹੈ, ਸਰਕਾਰ ਤਾਂ ਸ਼ੁਰੂ ਤੋਂ ਇਹ ਗੱਲ ਕਹਿੰਦੀ ਸੀ ਕਿ ਜਿਹੜੇ ਕਿਸਾਨ ਪੰਜਾਬ ਤੋਂ ਬੈਠੇ ਨੇ, ਇਹ ਪੰਜਾਬ ਤਾਂ ਪੋਲੀਟੀਕਲ ਪਾਰਟੀਆਂ ਨਾਲ ਮਿਸਗਾਈਡ ਕੀਤੇ ਹੋਏ ਨੇ, ਕਿਸਾਨ ਨਹੀਂ ਐਕਚੁਅਲੀ ਹੈ, ਇਹ ਤਾਂ ਮਿਸਗਾਈਡਡ ਫਾਰਮਰਸ ਨੇ। ਸਰਕਾਰ ਦਾ ਸ਼ੁਰੂ ਤੋਂ ਤਰਕ ਰਿਹਾ, ਔਰ ਕਿਸੇ ਨਾ ਕਿਸੇ ਤਰ੍ਹਾਂ ਇਸ ਘੋਲ ਨੂੰ ਲੀਹੋਂ ਤਾਰਨ ਲਈ, ਸੈਬੋਟੇਜ ਕਰਨ ਲਈ ਇਹੋ ਜਿਹੇ ਹੱਥ ਕੰਡੇ ਵੀ ਵਰਤਦੀ ਰਹੀ। ਸਾਨੂੰ ਖਾਲਿਸਤਾਨੀ ਵੀ ਕਹਿੰਦੇ ਰਹੇ, ਸਾਨੂੰ ਨੈਕਸਲਾਈਟ ਵੀ ਕਿਹਾ, ਇਹ ਵੀ ਕਿਹਾ ਵੀ ਕਾਮਰੇਡਾਂ ਨੇ ਹਾਈਜੈਕ ਕੀਤਾ ਹੋਇਆ ਅੰਦੋਲਨ ਹੈ, ਪਰ ਇਹ ਸਾਰੀਆਂ ਗੱਲਾਂ ਦਾ ਜਿਹੜਾ ਅਸਰ ਕਿਸਾਨਾਂ ਦੇ ਵਿੱਚ ਬਿਲਕੁਲ ਨਹੀਂ ਹੋਇਆ, ਕਿਉਂਕਿ ਕਿਸਾਨ ਤਾਂ ਜੋ ਇੱਥੇ ਬੈਠੇ ਨੇ ਪਿਛਲੇ 4 ਮਹੀਨਿਆਂ ਤੋਂ, ਪਹਿਲਾਂ ਪੰਜਾਬ ਦੇ ਵਿੱਚ 3 ਮਹੀਨੇ ਉਹ ਲੜਦੇ ਰਹੇ, ਉਹ ਤਾਂ ਕਿਸਾਨੀ ਮੁੱਦਿਆਂ ਤੱਕ ਸੀਮਤ ਨੇ। ਇਹਨਾਂ ਦੇ ਵਿੱਚ ਸ਼ਾਮਲ ਕਿਸਾਨ ਕਿਸੇ ਵੀ ਵਿਚਾਰਧਾਰਾ ਦੇ ਹੋਣ, ਕਿਸੇ ਵੀ ਧਰਮ ਦੇ ਹੋਣ, ਕਿਸੇ ਵੀ ਜਾਤ ਦੇ ਹੋਣ, ਕਿਸੇ ਵੀ ਫਿਰਕੇ ਦੇ ਹੋਣ, ਪਰ ਹੁਣ ਤਾਂ 3 ਖੇਤੀ ਕਾਨੂੰਨ ਔਰ MSP ਤੇ ਕਾਨੂੰਨੀ ਗਰੰਟੀ ਲੈਣ ਦੇ ਲਈ ਬੈਠੇ ਆ, ਹੋਰ ਕੋਈ ਮੁੱਦਾ ਨਹੀਂ। ਇਸ ਲਈ ਪ੍ਰਾਇਮਰੀਲੀ ਇਹ ਕਿਸਾਨ ਅੰਦੋਲਨ ਹੈ, ਰਾਜਨੀਤਿਕ ਅੰਦੋਲਨ ਹੈ ਨਹੀਂ। ਭਾਵੇਂ ਜਿਹੜੀਆਂ 32 ਕਿਸਾਨ ਜਥੇਬੰਦੀਆਂ ਆ, 40 ਕਿਸਾਨ ਜਥੇਬੰਦੀਆਂ ਨੇ, ਇਹਨਾਂ ਦੇ ਵਿੱਚ ਵਿਚਾਰਧਾਰਾਵਾਂ ਹੋ ਸਕਦੀਆਂ ਨੇ, ਕੋਈ ਰਾਈਟ ਲੈਫਟ ਸੈਂਟਰਿਸਟ ਕੋਈ ਹੋ ਸਕਦਾ, ਉਹ ਆਪਣੀਆਂ ਅਲੱਗ-ਅਲੱਗ, ਪਰ ਹੁਣ ਤਾਂ ਕਿਸਾਨਾਂ ਦਾ ਮੁੱਦਾ ਹੈ, ਕਿਸਾਨੀ ਅੰਦੋਲਨ ਤੇ ਅਸੀਂ ਇਸ ਨੂੰ ਕਿਸਾਨੀ ਅੰਦੋਲਨ ਹੀ ਰੱਖਣਾ ਚਾਹੁੰਦੇ ਹਾਂ। ਤਾਂ ਇਸ ਲਈ ਅਸੀਂ ਪੋਲੀਟੀਕਲ ਪਾਰਟੀਆਂ ਤੋਂ ਡਿਸਟੈਂਸ ਕੀਤਾ ਹੋਇਆ ਹੈ, ਤਾਂ ਕਿ ਸਰਕਾਰ ਸਾਨੂੰ ਬਦਨਾਮ ਨਾ ਕਰੇ। ਜੀ ਪੰਗੂ ਸਾਹਿਬ, ਇਹਦੇ ਵਿੱਚ ਇੱਕ ਹੋਰ ਗੱਲ ਦੱਸਿਓ ਕਿ ਇਸ ਪੋਲੀਟੀਕਲ ਫਾਈਟ ਦੇ ਦੌਰਾਨ ਜਿਹੜੀ ਵੀ ਸਿਆਸੀ ਲੋਕਾਂ ਨੂੰ ਜਿਹੜੀ ਲੜਨੀ ਚਾਹੀਦੀ ਹੈ ਤੇ ਕਿਸਾਨ ਆਪਣੀ ਜਿਹੜੀ ਅੰਦੋਲਨ ਦੀ ਲੜਾਈ ਲੜ ਰਹੇ ਨੇ, ਇਹਦੇ ਵਿੱਚ ਸਵਾਲ ਪੈਦਾ ਹੁੰਦਾ ਕਿ ਫੈਡਰਲ ਢਾਂਚੇ ਦੀ ਗੱਲ ਕਿੰਨੀ ਕੁ ਜਿਹੜੀ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਜਦੋਂ ਸੂਬਿਆਂ ਦੇ ਜਮਹੂਰੀ ਹੱਕਾਂ ਦੇ ਉੱਤੇ ਡਾਕਾ ਵੱਜਦਾ ਹੈ ਕਿ ਕੇਂਦਰ ਸਰਕਾਰ ਸੂਬਿਆਂ ਦੇ ਉੱਤੇ ਕਾਨੂੰਨ ਥੋਪ ਦਿੰਦੀ ਹੈ, ਜਿਵੇਂ ਤੁਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦੇ ਉੱਤੇ ਕਾਨੂੰਨ ਥੋਪਿਆ ਤੇ ਉਪ ਰਾਜਪਾਲ ਨੂੰ ਸਾਰੀਆਂ ਸ਼ਕਤੀਆਂ ਦਿੱਤੀਆਂ ਗਈਆਂ। ਕੀ ਇਸ ਤਰ੍ਹਾਂ ਵਰਤਾਰਾ ਇਦਾਂ ਹੀ ਚੱਲਦਾ ਰਹੇਗਾ? ਇਹਦੇ ਖਿਲਾਫ ਨਹੀਂ ਅੰਦੋਲਨ ਦੇ ਵਿੱਚੋਂ ਇੱਕ ਵੱਡੀ ਆਵਾਜ਼ ਉਪਜਣੀ ਚਾਹੀਦੀ? ਦੇਖੋ, ਇੱਕ ਲੋਕ ਆਵਾਜ਼ ਹੈ ਜਿਹੜੀ ਉਹ ਬਣ ਰਹੀ ਹੈ, ਇਹ ਕਿਸਾਨ ਅੰਦੋਲਨ ਦੇ ਇੱਕ ਬਹੁਤ ਮਹੱਤਵਪੂਰਨ ਦੇਣ ਹੋਏਗੀ, ਜਿਹੜਾ ਸਾਰੇ ਦੇਸ਼ ਦੇ ਵਿੱਚ ਕਿਸਾਨੀ ਮੁੱਦਿਆਂ ਤੋਂ ਉੱਪਰ ਉੱਠ ਕੇ ਇੱਕ ਅੰਦਰ ਸਮਾਜਿਕ ਤਬਦੀਲੀ ਨੂੰ ਵੀ ਜਨਮ ਦੇ ਰਿਹਾ। ਉਹ ਸਮਾਜਿਕ ਤਬਦੀਲੀ ਆਉਣ ਲਈ ਬੜਾ ਲੰਬਾ ਸਮਾਂ ਲੱਗਦਾ ਹੈ, ਪਰ ਉਹਦੀ ਸ਼ੁਰੂਆਤ ਹੋ ਚੁੱਕੀ ਹੈ। ਉਸਨੇ ਸੱਭਿਆਚਾਰ ਨੂੰ ਵੀ ਬਦਲਣਾ ਹੈ, ਉਸਨੇ ਆਪਸੀ ਰਿਸ਼ਤੇ ਵੀ ਬਦਲਣੇ ਹੈ, ਉਸਨੇ ਸਮਾਜ ਦੇ ਸੁਪਰ ਸਟਰਕਚਰ ਦੇ ਵਿੱਚ ਵੀ ਚੇਂਜ ਲਿਆਉਣੀ ਹੈ, ਔਰ ਸੁਪਰ ਸਟਰਕਚਰ ਦੇ ਵਿੱਚ ਚੇਂਜ ਹੈ ਜਿਹੜੀ ਕਾਫੀ ਲੰਬੇ ਸਮਾਂ ਆਉਣ ਤੋਂ ਬਾਅਦ ਉਹ ਸਟਰਕਚਰਲ ਚੇਂਜ ਵੱਲ ਵੱਧਦੀ ਹੈ। ਇਸ ਲਈ ਇਹ ਅੰਦੋਲਨ ਬੜੀਆਂ ਨਵੀਆਂ ਫਿਰਤਾਂ ਪਾ ਰਿਹਾ ਹੈ। ਇਸ ਨੇ ਇੱਕ ਬੜਾ ਨਿਊ ਨੈਰੇਟਿਵ ਸੈੱਟ ਕਰ ਦਿੱਤਾ ਹੈ ਦੇਸ਼ ਦੇ ਵਿੱਚ, ਜਿਹੜਾ ਕਿ ਪਹਿਲਾਂ ਕਦੇ ਵੀ ਨਹੀਂ ਸੀ। ਸਰਕਾਰਾਂ ਜਦੋਂ ਵੀ ਕੋਈ ਅਹਿਮ ਖੇਤੀਬਾੜੀ ਨਾਲ ਸੰਬੰਧਿਤ ਹੋਵੇ, ਲੋਕਾਂ ਦੇ ਭਗ ਦੇ ਮਸਲਿਆਂ ਨਾਲ ਸੰਬੰਧਿਤ ਕੋਈ ਮੁੱਦਾ ਹੋਵੇ, ਉਸ ਨੂੰ ਡਾਈਵਰਟ ਕਰਨ ਦੇ ਲਈ ਬੜੇ ਨੌਨ ਇਸ਼ੂ ਸਾਹਮਣੇ ਲਾਏ ਹੁੰਦੀਆਂ ਸਨ। ਅਜੇ ਤੱਕ ਜੋ ਮੇਨ ਖੇਤੀਬਾੜੀ ਸੈਕਟਰ ਹੈ, ਇਹਦੇ ਉੱਪਰ ਦੇਸ਼ 'ਚ ਬਹਿਸ ਹੀ ਨਹੀਂ ਹੋਈ। ਇਹ ਕਿਸਾਨ ਅੰਦੋਲਨ ਦੀ ਪਹਿਲੀ ਪ੍ਰਾਪਤੀ ਹੈ ਕਿ ਅਸੀਂ ਸਫਲ ਹੋਏ ਹਾਂ ਅੱਜ ਸਾਰੇ ਦੇਸ਼ ਦੇ ਉੱਪਰ ਕਿਸਾਨੀ ਮੁੱਦਿਆਂ ਔਰ ਖੇਤੀਬਾੜੀ ਦੇ ਉੱਪਰ ਬਹਿਸ ਛੇੜਨ ਦੇ ਲਈ। ਤੁਸੀਂ ਕਿਤੇ ਵੀ ਜਾਓ, ਤੁਸੀਂ ਬੱਸ 'ਚ ਸਫ਼ਰ ਕਰੋ, ਰੇਲ 'ਚ ਸਫ਼ਰ ਕਰੋ, ਮਾਰਕੀਟ 'ਚ ਘੁੰਮੋ, ਸ਼ਹਿਰ 'ਚ ਬੈਠੋ, ਤਾਂ ਪਹਿਲੀ ਗੱਲਬਾਤ ਖੇਤੀਬਾੜੀ ਔਰ ਕਿਸਾਨੀ ਮੁੱਦਿਆਂ ਤੋਂ ਹੋਏਗੀ। ਇਹ ਬਹੁਤ ਵੱਡੀ ਪ੍ਰਾਪਤੀ ਹੈ ਇਸ ਅੰਦੋਲਨ ਦੀ। ਔਰ ਅੱਜ ਤੁਸੀਂ ਲੋਕ ਗੀਤ ਦੇਖੋ, ਸੱਭਿਆਚਾਰ ਦੇਖੋ, ਸਾਡੇ ਰਸਮ ਰਿਵਾਜ ਦੇਖੋ, ਤਾਂ ਉਹਨਾਂ ਦੇ ਵਿੱਚ ਸਾਰਾ ਖੇਤੀ ਦੀ ਚਰਚਾ ਹੁੰਦੀ ਹੈ। ਇੱਕ ਕਿਸਮ ਦਾ ਸਮਾਜ ਅੰਦਰ ਤੋਂ ਥੱਲੇ ਤੋਂ ਤਬਦੀਲੀ ਦੇ ਦੌਰ ਦੇ ਵਿੱਚ ਹੈ। ਜਦੋਂ ਇਸ ਕਿਸਮ ਦੀ ਹੁੰਦੀ ਹੈ ਤਾਂ ਬਹੁਤ ਵੱਡੀਆਂ ਪ੍ਰਾਪਤੀਆਂ ਵੀ ਹੁੰਦੀਆਂ ਨੇ, ਔਰ ਸਰਕਾਰਾਂ ਜਿਹੜੇ ਏਜੰਡੇ ਸੈੱਟ ਕਰਦੀਆਂ ਨੇ, ਉਹਨਾਂ ਏਜੰਡੇ ਦੇ ਖਿਲਾਫ ਜਿਹੜੀ ਲੋਕ ਰਾਏ ਲਾਮਬੰਦ ਹੁੰਦੀ ਹੈ।
ਇਹ ਬਹੁਤ ਵੱਡੀ ਲੋਕ ਰਾਏ ਦੇਸ਼ 'ਚ ਬਣੀ ਹੈ, ਜਿਹਨੇ ਵਿਦੇਸ਼ਾਂ 'ਚ ਵੀ ਆਪਣੇ ਘੇਰੇ 'ਚ ਲਿਆ ਹੋਇਆ। ਅੱਜ ਬਾਹਰ ਵੀ ਬੈਠੇ ਪੰਜਾਬੀ ਭਾਰਤੀ ਜ਼ਮੀਨੀ ਲੈਵਲ ਦੇ ਉੱਤੇ ਜਿਹੜਾ ਲੋਕਾਂ ਦੇ ਵਿੱਚ ਜਾਗਰੂਕਤਾ ਹੋਈ ਹੈ, ਜਦੋਂ ਆਪਾਂ ਦੇਖਦੇ ਹਾਂ ਕਿ ਇੱਕ ਧੜੇਬੰਦੀ ਕਿਤੇ ਨਾ ਕਿਤੇ ਨਜ਼ਰ ਆਉਂਦੀ ਹੈ, ਕਿ ਆਪਾਂ ਸੋਸ਼ਲ ਮੀਡੀਆ ਤੇ ਵੀ ਅਸੀਂ ਦੇਖਦੇ ਰਹਿੰਦੇ ਹਾਂ, ਤੇ ਜ਼ਮੀਨੀ ਲੈਵਲ ਦੇ ਉੱਤੇ ਵੀ ਕਾਫੀ ਖੋਰੂ ਪਿਆ ਹੋਇਆ ਹੈ ਕਿ ਇੱਕ ਵਿਵਾਦ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਜਨਮ ਦੇਣ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਨ ਲੀਡਰ ਕਿਤੇ ਨਾ ਕਿਤੇ ਨਾਕਾਮ ਸਾਬਤ ਹੋ ਰਹੇ ਨੇ। ਇਹਨੂੰ ਸਾਰੇ ਨੂੰ ਕਿੱਦਾਂ ਦੇਖਦੇ ਹੋ ਕਿ ਇਸ ਤਰ੍ਹਾਂ ਦਾ ਖੋਰੂ ਪਾਉਣਾ, ਇਸ ਤਰ੍ਹਾਂ ਦਾ ਪ੍ਰਚਾਰ ਕਰਨਾ, ਕੀ ਇਹ ਅੰਦੋਲਨ ਦੇ ਹੱਕ ਵਿੱਚ ਜਾਂਦਾ? ਇਹਦੇ ਨਾਲ ਅੰਦੋਲਨ ਨੂੰ ਕਿੰਨਾ ਕੁ ਨੁਕਸਾਨ ਹੋ ਰਿਹਾ? ਨਹੀਂ, ਦੇਖੋ ਅਜਿਹੀ ਗੱਲ ਨਹੀਂ। ਸਰਕਾਰਾਂ ਹਮੇਸ਼ਾ ਯਤਨਸ਼ੀਲ ਰਹਿੰਦੀਆਂ ਨੇ। ਉਹਨਾਂ ਨੂੰ ਕਦੇ ਵੀ ਜਿਹੜੇ ਪੀਸਫੁਲ ਅੰਦੋਲਨ ਹੈ, ਜਿਹੜੇ ਉਹਨਾਂ ਦੀ ਇੱਕ ਲੋਕ ਵਿਰੋਧੀ ਨੀਤੀ ਹੈ, ਖੇਤੀਬਾੜੀ ਵਿਰੋਧੀ ਨੀਤੀ ਹੈ, ਉਸ ਨੂੰ ਇੱਕ ਵੰਗਾਰ ਪੈਦਾ ਕਰਦੇ ਹੋਣ ਜਾਂ ਵੰਗਾਰਦੇ ਹੋਣ, ਉਹ ਹਮੇਸ਼ਾ ਇਹਨਾਂ ਅੰਦੋਲਨਾਂ ਨੂੰ ਫੇਲ ਕਰਨ ਲਈ ਸਾਬੋਦਾਸ ਕਰਨ ਲਈ ਯਤਨਸ਼ੀਲਤਾ ਰਹਿੰਦੀ ਹੈ। ਔਰ ਕੁਝ ਨਾ ਕੁਝ ਇਹ ਨਹੀਂ ਹੁੰਦਾ ਵੀ ਹਮੇਸ਼ਾ ਪੰਜੇ ਉਂਗਲੀਆਂ ਇਕਸਾਰ ਹੋਣ ਤਾਂ ਵੱਡਾ ਅੰਦੋਲਨ ਹੈ। ਇਹਦੇ ਵਿੱਚ ਕੋਈ ਨਾ ਕੁਝ ਦੂਜੀ ਵੀ ਉੱਠਦੀ ਰਹਿੰਦੀ ਹੈ ਹਮੇਸ਼ਾ। ਔਰ ਜਥੇਬੰਦੀਆਂ ਨੇ ਜਿਹੜੀਆਂ, ਮੈਂ ਖਾਸ ਕਰਕੇ ਕਹਿੰਦਾ ਵੀ ਜਥੇਬੰਦੀਆਂ ਨੂੰ ਆਪਾਂ ਨੂੰ ਇੱਕ ਕਿਸਮ ਦੀ ਵਧਾਈ ਦੇਣੀ ਚਾਹੀਦੀ ਹੈ। ਜਿਹੜੀਆਂ ਦੇਸ਼ ਦੀਆਂ 500 ਜਥੇਬੰਦੀਆਂ, ਉਹਨਾਂ ਦੀ ਨੁਮਾਇੰਦਗੀ ਕਰਨ ਵਾਲੇ 40 ਲੀਡਰ, ਪੰਜਾਬ ਤੋਂ 32 ਆਗੂ ਉਹਨਾਂ ਦੇ, ਉਹ ਇੰਨੀ ਦੇਰ ਆਪਣੇ ਵੱਖ-ਵੱਖ ਵਿਚਾਰਾਂ ਨੂੰ, ਵੱਖ-ਵੱਖ ਜਾਤਾਂ ਨੂੰ, ਵੱਖ-ਵੱਖ ਧਰਮਾਂ ਨੂੰ ਪਾਸੇ ਰੱਖਦੇ ਹੋਏ ਕਿਸਾਨ ਮੁੱਦਿਆਂ ਦੇ ਉੱਪਰ ਇੱਕ ਮੁੱਠੀ ਬੰਨ੍ਹ ਕੇ ਬੈਠੇ ਹੋਣ ਔਰ ਕਿਸੇ ਮਤਭੇਦ ਦੀ ਕੋਈ ਸੁਰ ਨਾ ਆਵੇ, ਇਹ ਮੈਂ ਕਹਿੰਦਾ ਵੀ ਕੀ ਸੰਕੇਤ ਹੈ ਸਰਕਾਰ ਦੀਆਂ ਉਹ ਸਾਜ਼ਿਸ਼ਾਂ ਨੂੰ ਫੇਲ ਕਰਨ ਦਾ, ਸਰਕਾਰ ਦੇ ਹੱਥਕੰਡੇ ਨੂੰ ਫੇਲ ਕਰਨ ਦਾ। ਅੱਜ ਲੀਡਰਸ਼ਿਪ ਵੀ ਕਰ ਰਹੀ ਹੈ ਔਰ ਅੱਜ ਜਿਹੜਾ ਆਵਾਮ ਹੈ ਉਹ ਵੀ ਉਹਨਾਂ ਤੋਂ ਜਾਗਰੂਕ ਹੈ, ਉਹ ਵੀ ਉਹਨੂੰ ਫੇਲ ਕਰ ਰਿਹਾ ਹੈ। ਭਾਵੇਂ ਜਿਹੜੀਆਂ ਕੁਝ ਸੁਰਾਂ ਦੇ ਵਿੱਚ ਰਹਿੰਦੀਆਂ ਨੇ, ਪਰ ਉਹਨਾਂ ਸੁਰਾਂ ਨੂੰ ਵੀ ਅਸੀਂ ਇਹ ਕਹਿ ਕੇ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਹੁਣ ਜਿਹੜੀ ਲੜਾਈ ਹੈ, ਹੁਣ ਲੜਾਈ ਕਿਸਾਨੀ ਮੁੱਦਿਆਂ ਦੀ ਹੈ। ਹੁਣ ਲੜਾਈ ਇਹ ਨਹੀਂ ਹੈ ਜੇ ਅਸੀਂ ਕਮਿਊਨਿਸਟ ਹੁੰਦੇ ਇਹ ਕਹੀਏ ਵੀ ਸ਼ਾਇਦ ਕੋਈ ਇਨਕਲਾਬ ਦੀ ਲੜਾਈ ਸ਼ੁਰੂ ਹੋ ਗਈ ਹੈ, ਉਹ ਨਹੀਂ। ਉਹ ਸਾਡਾ ਕੋਈ ਹੋਰ ਏਜੰਡਾ ਹੋ ਸਕਦਾ ਹੈ। ਇਸ ਦੇ ਅੰਦਰ ਕੁਝ ਹੋਰ ਸ਼ਕਤੀਆਂ ਜਿਹੜੀਆਂ ਨੇ, ਜੇ ਇਸ ਅੰਦੋਲਨ ਦੇ ਵਿੱਚੋਂ ਕੋਈ ਆਪਣਾ ਹਿਡਨ ਏਜੰਡਾ, ਜਾਂ ਇਹ ਸਮਝੋ ਉਹ ਕਹਿਣ ਵੀ ਕੋਈ ਇੰਡੀਅਨ ਸਟੇਟ ਦੇ ਖਿਲਾਫ ਲੜਾਈ ਸ਼ੁਰੂ ਹੋ ਗਈ ਹੈ, ਕੋਈ ਰਾਸਤਾ ਬਦਲਣ ਦੀ ਲੜਾਈ ਸ਼ੁਰੂ ਹੋ ਗਈ ਹੈ, ਉਹ ਵੀ ਇਸ ਸਮੇਂ ਕਹਿਣਾ ਗਲਤ ਹੈ। ਤਾਂ ਇਸ ਤੋਂ ਗੱਲਾਂ ਤੋਂ ਗਰੇਜ਼ ਕਰਕੇ ਉਹਨਾਂ ਸਾਰੀਆਂ ਸ਼ਕਤੀਆਂ ਨੂੰ, ਉਹਨਾਂ ਸਾਰੇ ਵਿਅਕਤੀਆਂ ਨੂੰ, ਉਹਨਾਂ ਜਥੇਬੰਦੀਆਂ ਨੂੰ ਜਿਹੜੀਆਂ ਖੇਤੀਬਾੜੀ ਲਈ ਸਹੂਲਤ ਨੇ, ਜਿਹੜੀ ਕਿਸਾਨੀ ਲਈ ਸਹੂਲਤ ਨੇ, ਜਿਹੜੀਆਂ ਖੇਤੀ ਕਾਨੂੰਨ ਨੂੰ ਰੱਦ ਕਰਾਉਣਾ ਚਾਹੁੰਦੀਆਂ ਨੇ, ਉਹਨਾਂ ਨੂੰ ਆਪਣੇ ਏਜੰਡੇ ਫਾਰ ਦਾ ਟਾਈਮ ਵੀ ਪਾਸੇ ਰੱਖ ਕੇ ਇਹ ਲੜਾਈ ਜਿੱਤਣੀ ਬਣਦੀ ਹੈ। ਔਰ ਕਿਸਾਨ ਅੰਦੋਲਨ ਰੱਖ ਕੇ ਇਸ ਲੜਾਈ ਨੂੰ ਅਸੀਂ ਜਿੱਤ ਸਕਦੇ ਹਾਂ। ਤਾਂ ਇਹਦੇ ਲਈ ਅਸੀਂ ਸਾਰੇ ਯਤਨਸ਼ੀਲ ਹਾਂ। ਜੀ ਬਿਲਕੁਲ। ਪਰ ਦੂਸਰਾ ਇੱਕ ਇਹ ਦੱਸਿਓ ਕਿ ਸਿਆਸੀ ਪਾਰਟੀਆਂ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਕੀ ਸੁਨੇਹਾ ਕਿ ਉਹ ਕਿਸ ਤਰ੍ਹਾਂ ਆਪਣਾ ਵਿਰੋਧ ਦਰਜ ਜਤਾ ਸਕਦੀਆਂ ਨੇ, ਕਿਸ ਤਰ੍ਹਾਂ ਸਰਕਾਰ ਤੇ ਪ੍ਰੈਸ਼ਰ ਬਿਲਡ ਕਰਨ ਦੇ ਲਈ? ਕਿਉਂਕਿ ਜੇ ਉਹ ਵਿਰੋਧੀ ਧਿਰਾਂ ਦੇ ਵਿੱਚ ਨੇ, ਜੇ ਉਹ ਵਿਰੋਧੀ ਧਿਰ ਬਣੇ ਨੇ, ਤਾਂ ਉਹਨਾਂ ਨੂੰ ਚਾਹੀਦਾ ਹੈ ਕਿ ਇੱਕ ਪ੍ਰੈਸ਼ਰ ਇਹੋ ਜਿਹਾ ਬਿਲਡ ਕੀਤਾ ਜਾਵੇ ਜਿਹੜਾ ਪੋਲੀਟਿਕਲੀ ਤੌਰ ਤੇ ਵੀ ਹੋਵੇ, ਕਿ ਉਧਰੋਂ ਵੀ ਮਜ਼ਬੂਤੀ ਮਿਲੇ ਤਾਂ ਕਿ ਅੰਦੋਲਨ ਨੂੰ ਮਜ਼ਬੂਤੀ ਮਿਲੇ। ਉਹ ਕਿਸ ਤਰ੍ਹਾਂ ਇਸ ਦੇ ਵਿੱਚ ਰੋਲ ਆਪਣਾ ਅਦਾ ਕਰ ਸਕਦੇ ਨੇ, ਭਾਵੇਂ ਕਿ ਉਹਨਾਂ ਨੂੰ ਤੁਸੀਂ ਸਟੇਜ ਤੇ ਨਹੀਂ ਆਉਣ ਦਿੰਦੇ ਆਪਣੇ? ਬਿਲਕੁਲ ਠੀਕ ਹੈ ਜੀ। ਦੇਖੋ, ਰਾਜਨੀਤਿਕ ਪਾਰਟੀਆਂ ਜਿਹੜੀਆਂ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਨੇ, ਜਿਹੜੀਆਂ ਕਿਸਾਨ ਹਤੈਸ਼ੀ ਨੇ, ਉਹਨਾਂ ਲਈ ਕਦੇ ਕੋਈ ਅਸੀਂ ਪਾਬੰਦੀ ਨਹੀਂ ਕਿ ਉਹ ਇੰਡੀਪੈਂਡੈਂਟ ਤੌਰ ਤੇ ਸਰਕਾਰ ਦੇ ਖਿਲਾਫ, ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਮੂਵਮੈਂਟ ਚਲਾਉਣ। ਉਹਨਾਂ ਨੂੰ ਪੂਰੀ ਖੁੱਲ੍ਹ ਹੈ। ਪਰ ਸਾਡੀਆਂ ਸਟੇਜਾਂ ਤੋਂ ਸ਼ੇਅਰ ਕਰਨਾ, ਸਾਡੀਆਂ ਸਟੇਜਾਂ ਤੋਂ ਭਾਸ਼ਣ ਕਰਨੇ, ਉਹ ਇਸ ਲਈ ਅਸੀਂ ਪਾਬੰਦੀ ਲਾਈ ਹੋਈ ਹੈ ਤਾਂ ਕਿ ਇਹ ਅੰਦੋਲਨ ਬਦਨਾਮ ਨਾ ਹੋਵੇ। ਸਰਕਾਰ ਤੁਲੀ ਹੀ ਇਸ ਨੂੰ ਬਦਨਾਮ ਕਰਨ ਦੇ ਲਈ। ਜੇ ਉਹ ਸੂਰਤ ਨੇ ਤਾਂ ਉਹਨਾਂ ਕੋਲ ਮੈਦਾਨ, ਪਲੇਟਫਾਰਮ ਬਹੁਤ ਖੁੱਲ੍ਹਾ, ਸਾਰਾ ਦੇਸ਼ ਖਾਲੀ ਪਿਆ। ਉਹਨਾਂ ਨੂੰ ਚਾਹੀਦਾ ਵੀ ਹੈ। ਸਗੋਂ ਸਾਨੂੰ ਤਾਂ ਕਈ ਵਾਰੀ ਇਤਰਾਜ਼ ਵੀ ਹੁੰਦਾ ਹੈ ਵੀ ਉਹ ਪਾਰਟੀਆਂ, ਖੇਤਰੀ ਪਾਰਟੀਆਂ ਨੇ, ਰੀਜਨਲ ਪਾਰਟੀਆਂ ਨੇ, ਪੰਜਾਬ ਦੀ ਹੋਵੇ, ਇਹ ਯੂਪੀ ਦੇ ਵਿੱਚ ਹੁਣ ਤਾਮਿਲਨਾਡੂ ਦੀ ਹੋਵੇ, ਆਂਧਰਾ ਪ੍ਰਦੇਸ਼ ਹੈ ਜਾਂ ਵੈਸਟ ਬੰਗਾਲ ਵੀ ਹੈ, ਜਿਹੜੀ ਕਿਤੇ ਫੈਡਰਲਿਜ਼ਮ ਦਾ ਨਾਅਰਾ ਲਾਉਂਦੀਆਂ ਨੇ ਔਰ ਸੈਂਟਰਲਾਈਜੇਸ਼ਨ ਦੀ ਪਾਲਿਸੀ ਦੇ ਖਿਲਾਫ ਨੇ। ਅੱਜ ਉਹਨਾਂ ਲਈ ਟਾਈਮ ਹੈ, ਕਿਉਂਕਿ ਇੱਕ ਫੈਡਰਲਿਜ਼ਮ ਦਾ ਵੀ ਜਿਹੜਾ ਇਹ ਹਮਲਾ ਹੈ, ਖੇਤਰੀਵਾਦ ਤੇ ਵੀ ਹਮਲਾ ਹੈ ਔਰ ਸੂਬੇ ਦੇ ਅਧਿਕਾਰਾਂ ਤੇ ਵੀ ਹਮਲਾ ਹੈ। ਖੇਤੀਬਾੜੀ ਕਾਨੂੰਨਾਂ ਦੀ ਆੜ ਦੇ ਵੀ ਸਰਕਾਰ ਸਭ ਕੁਝ ਕਰ ਰਹੀ ਹੈ। ਇਸ ਲਈ ਉਹਨਾਂ ਰਾਜਨੀਤਿਕ ਪਾਰਟੀਆਂ ਨੂੰ, ਜਿਹੜੀਆਂ ਕਿਸਾਨ ਹਤੈਸ਼ੀ ਨੇ, ਉਹਨਾਂ ਕੋਲ ਇੱਕ ਪਲੇਟਫਾਰਮ ਹੈ, ਉਹਨਾਂ ਕੋਲ ਸਪੇਸ ਹੈ, ਉਸ ਦੇ ਉੱਪਰ ਇੰਡੀਪੈਂਡੈਂਟ ਕੰਮ ਕਰਨਾ ਚਾਹੀਦਾ ਔਰ ਤਕੜੇ ਹੋ ਕੇ ਅਸੀਂ ਜਨ ਅੰਦੋਲਨ ਜਿਹੜੇ ਕਿਸਾਨ ਖੜਾ ਕਰ ਰਹੇ ਨੇ, ਉਹ ਸਰਕਾਰ ਦੇ ਖਿਲਾਫ ਖੜਾ ਕਰਨ। ਜਿਹੜਾ ਕਿਸਾਨ ਅੰਦੋਲਨ ਨੂੰ ਵੀ ਬਾਹਰ ਰਹਿ ਕੇ ਬਲ ਬਖਸ਼ੇ
ਔਰ ਅਸੀਂ ਜਲਦੀ ਆਪਣੇ ਨਿਸ਼ਾਨੇ ਦੀ ਪੂਰਤੀ ਵੱਲ ਵਧੀਏ। ਸਾਨੂੰ ਅਜਿਹਾ ਕੋਈ ਇਤਰਾਜ਼ ਨਹੀਂ ਹੈ, ਅਸੀਂ ਵੈਲਕਮ ਕਰਦੇ ਹਾਂ ਉਹਨਾਂ ਨੂੰ। ਔਰ ਸਾਡੇ ਇਕੱਠਾਂ ਦੇ ਵਿੱਚ ਤੁਸੀਂ ਦੇਖੋ, ਜੇ ਅਸੀਂ ਕਹੀਏ ਵੀ ਸਿੰਘੂ ਬਾਰਡਰ ਤੇ ਹੈ ਜਾਂ ਦੂਸਰੇ ਬਾਰਡਰਸ ਦੇ ਉੱਪਰ ਹੈ, ਇਹ ਸਾਰੇ ਜਥੇਬੰਦੀਆਂ ਨਾਲ ਹੀ ਸੰਬੰਧਿਤ ਲੋਕ ਬੈਠੇ ਨੇ, ਅਜਿਹਾ ਤਾਂ ਹੈ ਨਹੀਂ। ਇਹਦੇ ਵਿੱਚ ਹਰ ਵਿਚਾਰਧਾਰਾ ਦੇ ਲੋਕ ਨੇ, ਇਹਦੇ ਵਿੱਚ ਅਕਾਲੀ ਵੀ ਹੋਣਗੇ, ਕਾਂਗਰਸੀ ਵੀ ਹੋਣਗੇ, ਕਮਿਊਨਿਸਟ ਵੀ ਹੋਣਗੇ, ਉਹ ਵਿਚਾਰਧਾਰਾ ਦੇ ਸਾਰੇ ਪਾਰਟੀ ਨਾਲ ਵੀ ਸੰਬੰਧਿਤ ਹੋਣਗੇ। ਪਰ ਇਸ ਟਾਈਮ ਲੜਾਈ ਕਿਉਂਕਿ ਖੇਤੀ ਮੁੱਦਿਆਂ ਦੇ ਉੱਪਰ ਹੈ, ਇਸ ਲਈ ਉਹ ਖੇਤੀ ਮੁੱਦੇ ਪਰ ਲੜਾਈ ਲੜਨੀ ਬੈਠੇ ਆ। ਔਰ ਕਿਸਾਨ ਜਥੇਬੰਦੀਆਂ ਜੋ ਕਹਿੰਦੀਆਂ ਨੇ ਉਹਨਾਂ ਦੇ ਅਨੁਸ਼ਾਸਨ ਨੂੰ ਹੀ ਮੰਨਦੇ ਨੇ। ਜੀ ਬਿਲਕੁਲ। ਅੱਛਾ ਪੰਗੂ ਸਾਹਿਬ, ਹੁਣ ਇਹ ਦੱਸਿਓ ਕਿ ਜਿਵੇਂ ਬਾਕੀ ਸੂਬਿਆਂ ਦੇ ਵਿੱਚੋਂ ਜਿਵੇਂ ਕਿਹਾ ਗਿਆ ਕਿ ਸਰਕਾਰਾਂ ਕਿਤੇ ਨਾ ਕਿਤੇ ਕੋਸ਼ਿਸ਼ ਕਰਦੀਆਂ, ਅੱਜ ਕੱਲ ਇੱਕ ਢੰਗ ਤਰੀਕਾ ਚੱਲਦਾ ਕਿ ਜੇ ਕੋਈ ਸਾਮ ਦਾਮ ਦੰਡ ਭੇਦ ਦੇ ਨਾਲ ਜੇ ਕਿਸੇ ਨੂੰ ਖਰੀਦਣ ਦੀ ਕੋਸ਼ਿਸ਼ ਹੋਵੇ, ਕਿ ਅੱਜ ਤੱਕ ਕਿਸੇ ਕਿਸਾਨ ਲੀਡਰ ਨੂੰ ਇਹੋ ਜਿਹੀ ਪੇਸ਼ਕਸ਼ ਆਈ ਹੈ ਕਿ ਸਰਕਾਰ ਨੇ ਕਹਿ ਦਿੱਤਾ ਹੋਵੇ ਆ ਚੱਕੋ 5-10 ਕਰੋੜ ਜਾਂ ਇੰਨੇ ਕਰੋੜ ਲਓ ਤੇ ਤੁਸੀਂ ਆਪਣਾ ਅੰਦੋਲਨ ਤੋਂ ਪਾਸੇ ਹੋਵੋ? ਇਹੋ ਜਿਹਾ ਕੋਈ ਪ੍ਰੈਸ਼ਰ ਬਣਿਆ? ਜਿਵੇਂ ਕਿਹਾ ਕਿ ਏਜੰਸੀਆਂ ਜਿਹੜੀਆਂ ਉਹ ਪੂਰੀਆਂ ਲੱਗੀਆਂ ਹੋਈਆਂ, ਉਹਨਾਂ ਦੀ ਬਾਹ ਲੱਗੀ ਹੋਈ ਹੈ ਕਿ ਅੰਦੋਲਨ ਕਿਸੇ ਨਾ ਕਿਸੇ ਢੰਗ ਨਾਲ ਕਮਜ਼ੋਰ ਕਰਕੇ ਉਹਨੂੰ ਫੇਲ ਕੀਤਾ ਜਾਵੇ। ਦੇਖੋ, ਏਜੰਸੀਆਂ ਹਮੇਸ਼ਾ ਕੰਮ ਕਰਦੀਆਂ ਨੇ। ਏਜੰਸੀਆਂ ਦਾ ਕੰਮ ਹੀ ਸੀ ਜਿਹੜਾ 26 ਜਨਵਰੀ ਨੂੰ ਐਡਾ ਵੱਡਾ ਅੰਦੋਲਨ ਉਸ ਨੂੰ ਲੀਹੋਂ ਉਤਾਰਨ ਦੀ ਕੋਸ਼ਿਸ਼ ਕੀਤੀ, ਐਡਾ ਵੱਡਾ ਜਬਰ ਔਰ ਰਿਪਰੈਸ਼ਨ ਕੀਤਾ, ਏਡੀ ਵੱਡੀ ਕਿਸਾਨ ਪਰੇਡ ਹੋਣ ਵਾਲੀ ਸੀ ਜਿਹੜੀ ਇਤਿਹਾਸਕ ਸੀ। ਜੇਕਰ ਉਹ ਪਰੇਡ ਪੀਸਫੁਲ ਸਿਰੇ ਚੜ ਜਾਂਦੀ, ਉਹਨੇ 2 ਜਾਂ 3 ਦਿਨ ਚੱਲਣਾ ਸੀ ਔਰ ਇੱਕ ਰਿਕਾਰਡ ਕਾਇਮ ਕਰਨਾ ਸੀ। ਸਰਕਾਰ ਇਸ ਤੋਂ ਘਬਰਾਈ ਹੋਈ ਸੀ, ਡੂੰਘੀ ਸਾਜ਼ਿਸ਼ ਦੇ ਤਹਿਤ ਤਾਂ ਉਹ ਸਾਰਾ ਉਸ ਪਰੇਡ ਨੂੰ ਫੇਲ ਕੀਤਾ, ਸਬੋਟੇਜ ਕੀਤਾ, ਤਾਂ ਦੂਜੇ ਪਾਸੇ ਰਸਤਾ ਖੋਲਿਆ ਜਿਸ ਦਾ ਅੰਜਾਮ ਹੈ ਉਹ ਸਾਰਾ ਜ਼ਾਹਰ ਹੈ, ਸਾਰੇ ਸੰਸਾਰ ਨੇ ਦੇਖਿਆ। ਔਰ ਉਹਦਾ ਜੇ ਸਿੱਟਾ ਇਹ ਹੈ ਵੀ ਸਾਰੇ ਲੀਡਰਸ ਦੇ ਖਿਲਾਫ ਬੜੇ ਮੁਕੱਦਮੇ ਨੇ ਔਰ 151 ਨੌਜਵਾਨਾਂ ਨੂੰ, ਬੇਦੋਸ਼ੀਆਂ ਨੂੰ, ਜਿਨ੍ਹਾਂ ਦਾ ਕੋਈ ਫਾਲਟ ਵੀ ਨਹੀਂ ਸੀ, ਉਹਨਾਂ ਨੂੰ ਜੇਲ੍ਹਾਂ 'ਚ ਜਾਣਾ ਪਿਆ। ਉਹਨਾਂ ਦੇ ਸਿਰਫ ਜਿਹੜੇ ਕੇਸ ਬਣੇ ਹੋਏ, ਅਜੇ ਮੁਕੱਦਮੇ ਚੱਲਣੇ ਕਿ ਨਹੀਂ ਚੱਲਣੇ, ਉਹ ਤਲਵਾਰ ਲਟਕਦੀ ਹੈ। ਰਿਪਰੈਸ਼ਨ ਇਹ ਨਹੀਂ, ਰਿਪਰੈਸ਼ਨ ਉਸ ਤੋਂ ਵੀ ਅੱਗੇ ਹੈ। ਉਹਨਾਂ ਨਾ ਕੋਈ ਮੀਡੀਆ ਨੂੰ ਬਖਸ਼ਿਆ, ਨਾ ਕੋਈ ਕਲਾਕਾਰ ਬਖਸ਼ਿਆ, ਨਾ ਕੋਈ ਸਮਾਜ ਸੇਵੀ ਜਥੇਬੰਦੀ ਬਖਸ਼ੀ। ਸਭ ਨੂੰ ਨੋਟਿਸ ਭੇਜ ਕੇ ਇਹ ਹਰਾਸ ਔਰ ਪਰੇਸ਼ਾਨ ਕੀਤਾ ਜਾ ਰਿਹਾ ਹੈ, ਟੈਰਰਾਈਜ਼ ਕੀਤਾ ਜਾ ਰਿਹਾ ਹੈ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਕਿਸਾਨ ਨੂੰ ਅੰਦੋਲਨ ਤੋਂ ਪਿੱਛੇ ਹਟ ਜਾਣ, ਇਹਦੀ ਸਪੋਰਟ ਨਾ ਕਰਨ। ਉਹ ਰਿਪਰੈਸ਼ਨ ਜਾਰੀ ਹੈ ਔਰ ਸਰਕਾਰ ਦੀਆਂ ਏਜੰਸੀਆਂ ਹਰ ਪਾਸੇ ਯਤਨਸ਼ੀਲ ਰਹਿੰਦੀਆਂ, ਹਰ ਪਾਸੇ ਸਰਗਰਮ ਰਹਿੰਦੀਆਂ ਵੀ ਕਿਸ ਤਰ੍ਹਾਂ ਕਿਸਾਨ ਅੰਦੋਲਨ ਦੇ ਵਿੱਚੋਂ ਕਿਸੇ ਲੀਡਰ ਨੂੰ ਕੋਈ ਡੈਮੇਜ ਕਰਦੀ ਹੈ, ਕਿਸੇ ਲੀਡਰ ਨਾਲ ਥੋੜੀ ਬਹੁਤ ਗੱਲਬਾਤ ਕਰਕੇ ਇਹ ਕੋਸ਼ਿਸ਼ ਕਰੀਏ ਵੀ ਸ਼ਾਇਦ ਕੋਈ ਆਫ ਦਾ ਰਿਕਾਰਡ ਵੀ ਕੋਈ ਗੱਲ ਹੋ ਰਹੀ ਹੈ। ਪਰ ਅਜੇ ਤੱਕ ਸਰਕਾਰ ਸਫਲ ਨਹੀਂ ਹੋਈ ਔਰ ਨਾ ਹੀ ਮੈਂ ਕਹਿੰਦਾ ਸਫਲ ਹੋਏਗੀ। 40 ਜਥੇਬੰਦੀਆਂ ਦੇ ਲੀਡਰ ਬੜੇ ਸਤਿਕਾਰਯੋਗ ਨੇ, ਉਹ ਤਜਰਬਿਆਂ ਦੇ ਵਿੱਚੋਂ ਨਿਕਲੇ ਨੇ। 40-40, 50-50 ਸਾਲ ਦਾ ਕਿਸਾਨੀ ਸੰਘਰਸ਼ ਲੜਨ ਦਾ ਤਜਰਬਾ ਉਹਨਾਂ ਦੇ ਪਿੱਛੇ ਹੈ ਔਰ ਉਹ ਬੜੇ ਸਾਵਧਾਨ ਫੂਕ ਕੇ ਪੈਰ ਧਰ ਰਹੇ ਆ ਕਿ ਜੇ ਇਸ ਅੰਦੋਲਨ ਦੇ ਵਿੱਚ ਜਰਾ ਵੀ ਕਿਸੇ ਨੂੰ ਕਤਾਈ ਹੋਈ ਤਾਂ ਲੋਕਾਂ ਨੇ ਉਹਨਾਂ ਨੂੰ ਬਖਸ਼ਣਾ ਕਿਸੇ ਨੂੰ ਨਹੀਂ ਹੈ। ਸਰਕਾਰ ਭਾਵੇਂ ਜਿੰਨੇ ਮਰਜ਼ੀ ਕਰੇ, ਸਰਕਾਰ ਦੀ ਇਹ ਚਾਲ ਵੀ ਨਾ ਸਫਲ ਹੋਣੀ ਹੈ ਔਰ ਨਾ ਹੀ ਹੋਈ। ਸਾਰੇ ਲੀਡਰ ਬਹੁਤ ਸੂਝਵਾਨ ਨੇ, ਬਹੁਤ ਸੁਚੇਤ ਨੇ ਨਾ ਚੱਲਣ। ਲੀਡਰਾਂ ਦੇ ਉੱਤੇ ਜਿਵੇਂ ਤੁਸੀਂ ਕਿਹਾ ਕਿ ਕੇਸ ਵੀ ਨੇ, ਪਰ ਕਈ ਵਾਰੀ ਸਵਾਲ ਹੁਣ ਜਿਹੜੇ ਉੱਠਦੇ ਨੇ ਉਹ ਇਹ ਉੱਠਦੇ ਨੇ ਕਿ ਜੇ ਲੀਡਰਾਂ ਦੇ ਕੇਸ ਨੇ ਤਾਂ ਹੁਣ ਤੱਕ ਕੋਈ ਕਿਸਾਨ ਲੀਡਰ ਗ੍ਰਿਫਤਾਰ ਕਿਉਂ ਨਹੀਂ ਹੋਇਆ? ਕੀ ਗੱਲ ਕੀ ਹੈ? ਇਹਦੇ ਪਿੱਛੇ ਕਹਿੰਦੇ ਨੌਜਵਾਨ ਗ੍ਰਿਫਤਾਰ ਹੁੰਦੇ ਜਾ ਰਹੇ ਨੇ। ਨਹੀਂ, ਦੇਖੋ, ਮੂਵਮੈਂਟ ਦਾ ਪ੍ਰੈਸ਼ਰ, ਸਰਕਾਰ ਨੂੰ ਇਹ ਪਤਾ ਹੈ ਵੀ ਜੇ ਲੀਡਰਸ ਨੂੰ ਗ੍ਰਿਫਤਾਰ ਕੀਤਾ ਤਾਂ ਸਿਚੁਏਸ਼ਨ ਬਹੁਤ ਇੱਕਦਮ ਪ੍ਰਵੋਕ ਹੋਏਗੀ ਔਰ ਸਿਚੁਏਸ਼ਨ ਨੇ ਇੱਕਦਮ ਕੋਈ ਹੋਰ ਟਰਨ ਲੈਣੀ, ਮੋਰਚਾ ਕੋਈ ਹੋਰ ਸ਼ੇਪ ਲਏਗਾ, ਇੰਟੈਂਸੀਫਾਈ ਇੱਕਦਮ ਹੋਏਗਾ। ਤਾਂ ਸਰਕਾਰ ਇਹ ਜੇ ਦੇਖ ਰਹੀ ਹੈ ਵੀ ਇਹ ਸਟੈਪ ਜੇ ਨਾ ਲਿਆ ਜਾਵੇ ਮੇਨ ਲੀਡਰਸ਼ਿਪ ਨੂੰ। ਜਿਹੜੇ ਦੂਜੇ ਪਾਸੇ ਸੀ ਉਹ ਅਰੈਸਟ ਵੀ ਹੋਏ, ਉਹਨਾਂ ਦੀ ਜ਼ਮਾਨਤਾਂ ਵੀ ਹੋ ਗਈਆਂ, ਕਿਤੇ ਥੋੜੇ ਬਹੁਤ ਨੋਟਿਸ ਭੇਜ ਕੇ ਕਿਸੇ ਗਾਹੀ ਬਗਾਏ ਅਰੈਸਟ ਵੀ ਕਰ ਰਹੇ ਹੈ। ਪਰ ਵੱਡੀ ਪੱਧਰ ਦੇ ਉੱਪਰ ਜੋ ਸਰਕਾਰ ਅਰੈਸਟ ਕਰਨਾ ਚਾਹੁੰਦੀ ਸੀ, ਤੁਹਾਨੂੰ ਪਤਾ ਹੀ, ਪਹਿਲਾਂ NIA ਦੇ ਨੋਟਿਸ ਭੇਜੇ, ਤਾਂ ਹੁਣ ਇਹ ਬੜੇ ਨੋਟਿਸ ਭੇਜੇ ਜਿਨ੍ਹਾਂ ਦੇ ਖਿਲਾਫ ਨਾ ਕੋਈ FIR ਸੀ ਤੇ ਨਾ ਹੀ ਕੋਈ ਡਾਇਰੈਕਟ ਐਲੀਗੇਸ਼ਨ ਸੀ। ਤਾਂ ਪੰਜਾਬ 'ਚ ਕਿੰਨੇ ਨੋਟਿਸ ਗਏ। ਅਸੀਂ ਸਟੇਟਮੈਂਟ ਦੇ ਕੇ ਲੀਗਲ ਸੈੱਲ ਨੇ ਸਾਡੇ ਨੇ, ਸੰਯੁਕਤ ਕਿਸਾਨ ਮੋਰਚੇ ਨੇ ਵੀ ਇੱਕ ਦਿਨ ਦੀ ਕਾਲ ਵੀ ਦਿੱਤੀ ਵੀ ਇਹ ਪੋਲੀਟੀਕਲ ਸਵਾਲ ਹੈ, ਪੋਲੀਟੀਕਲੀ ਹੀ ਫਾਈਟ ਆਊਟ ਕਰੋ ਇਸ ਨੂੰ। ਸਾਨੂੰ ਨੋਟਿਸਾਂ ਦੀ ਕੋਈ ਪਰਵਾਹ ਨਹੀਂ ਕਰਨੀ, ਨਾ ਹੀ ਕਿਸੇ ਇਨਵੈਸਟੀਗੇਸ਼ਨ ਏਜੰਸੀ ਹੈ ਜਿਹੜੀ ਉਹਦੇ ਸਾਹਮਣੇ ਅਸੀਂ ਪੇਸ਼ ਹੋਣਾ ਹੈ। ਤਾਂ ਹੁਣ ਉਹ ਨੋਟਿਸ ਵੀ ਜਾਣੇ ਬੰਦ ਹੋ ਗਏ ਨੇ। ਜਦੋਂ ਅਸੀਂ ਇਹ ਸਟੈਂਡ ਲਿਆ, ਜਾਂ ਇਹ ਹੁੰਦਾ ਵੀ ਅਸੀਂ ਨੋਟਿਸਾਂ ਤੋਂ ਡਰ ਕੇ ਉਹਨਾਂ ਕੋਲ ਪੇਸ਼ ਹੁੰਦੇ, ਉਹ ਸਾਨੂੰ ਪੇਸ਼ ਕਰਕੇ ਜੇਲ੍ਹਾਂ 'ਚ ਭੇਜ ਦਿੰਦੇ। ਕਿਉਂਕਿ 2 ਨੌਜਵਾਨ ਇਸ ਤਰ੍ਹਾਂ ਪੇਸ਼ ਹੋਏ ਸੀ, ਉਹ ਗਏ, ਉਹਨਾਂ ਦੇ ਖਿਲਾਫ FIR ਐਲੀਗੇਸ਼ਨ ਕੋਈ ਵੀ ਨਹੀਂ ਸੀ, ਉਹਨਾਂ ਨੂੰ ਜੇਲ੍ਹ ਭੇਜਿਆ, ਉਹਨਾਂ ਦੀ ਜ਼ਮਾਨਤ ਕਰਾ ਲਈ। ਫਿਰ ਵੱਡੇ ਪੱਧਰ ਤੇ ਅਸੀਂ ਸਟੈਂਡ ਲਿਆ ਵੀ ਬਿਲਕੁਲ ਨਹੀਂ,
ਸਰਕਾਰ ਦੇ ਇਸ ਸਟੈਪ ਨੂੰ ਵੀ, ਜਿਸ ਤਰ੍ਹਾਂ NIA ਦੇ ਨੋਟਿਸਾਂ ਨੂੰ ਫਾਈਟ ਆਊਟ ਕੀਤਾ ਹੈ, ਤਾਂ ਇਹਨਾਂ ਵੀ ਪੋਲੀਟੀਕਲੀ ਫਾਈਟ ਆਊਟ ਕਰੋ, ਤਾਂ ਹੀ ਸਰਕਾਰ ਜਿਹੜੀ ਇਸ ਤੋਂ ਬਾਜ ਆਏਗੀ। ਔਰ ਜਦੋਂ ਅਸੀਂ ਇਹ ਸਟੈਂਡ ਲਿਆ ਤਾਂ ਉਸ ਤੋਂ ਬਾਅਦ ਨੋਟਿਸ ਜਾਣੇ ਬੰਦ ਹੋ ਗਏ ਨੇ। ਔਰ ਪੰਜਾਬ 'ਚ ਕੋਈ ਵੀ ਅਜਿਹੀ ਗ੍ਰਿਫਤਾਰੀ ਕਰਨ ਦੀ ਦਿੱਲੀ ਪੁਲਿਸ ਦੀ ਹਿੰਮਤ ਨਹੀਂ ਪਈ। ਅਸੀਂ ਸਪਸ਼ਟ ਕਿਹਾ ਕਿ ਜੇ ਦਿੱਲੀ ਪੁਲਿਸ ਗ੍ਰਿਫਤਾਰ ਕਰਨ ਜਾਂਦੀ ਹੈ ਤਾਂ ਉਹਨਾਂ ਨੂੰ ਵੀ ਉੱਥੇ ਗ੍ਰਿਫਤਾਰ ਕਰੋ, ਉਹਨਾਂ ਨੂੰ ਘੇਰੋ ਔਰ ਇਹਨਾਂ ਨੂੰ ਪੁੱਛੋ ਕਿ ਸਾਡੇ ਖਿਲਾਫ ਕਿਹੜੀ FIR ਹੈ, ਕਿਹੜੀ ਕੋਰਟ ਦੇ ਵਾਰੰਟ ਨੇ ਜਿਹਦੇ ਵਿੱਚ ਤੁਸੀਂ ਗ੍ਰਿਫਤਾਰ ਕਰਨਾ ਹੈ। ਲੀਗਲੀ nobody can be arrested without any warrant or without any direct allegation। ਤਾਂ ਉਸ ਤੋਂ ਬਾਅਦ ਵੀ ਸਰਕਾਰ ਦੀ ਚਾਲ ਫੇਲ ਹੋਈ ਹੈ, ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਤਾਂ ਇਸ ਲਈ ਸਰਕਾਰ ਨੂੰ ਡਰ ਜ਼ਰੂਰ ਹੈ। ਜੇ ਇਸ ਤਰ੍ਹਾਂ ਐਡੇ ਵੱਡੇ ਮੋਰਚੇ ਨੂੰ, ਲੀਡਰਸ ਨੂੰ ਔਰ ਵਰਕਰ ਨੂੰ ਵੱਡੇ ਪੱਧਰ ਦੇ ਹੱਥ ਪਾਉਣਗੇ ਤਾਂ ਮੈਂ ਕਹਿੰਦਾ ਕਿ ਸਿਚੁਏਸ਼ਨ ਆਊਟ ਆਫ ਕੰਟਰੋਲ ਹੋ ਜਾਏਗੀ, ਸਰਕਾਰ ਤੋਂ ਬੇਕਾਬੂ ਹੋਏਗੀ ਔਰ ਇਹ ਉਹਨਾਂ ਦੇ ਵੱਸ ਤੋਂ ਵੀ ਬਾਹਰ ਹੋਏਗੀ। ਮੈਂ ਕਹਿੰਦਾ ਵੀ ਹਿਊਮਨ ਰਾਈਟਸ ਦੀ ਵੀ ਬਹੁਤ ਵੱਡੀ ਉਲੰਘਣਾ ਹੋਣੀ ਹੈ, ਜਿਹਨੂੰ ਸਾਰੇ ਸੰਸਾਰ ਤੋਂ ਸਰਕਾਰ ਨੂੰ ਕਿਤੇ ਕਿਤੇ ਬੜੀ ਇੰਬੈਰਸਮੈਂਟ ਹੋ ਰਹੀ ਹੈ। ਯੂਨਾਈਟਿਡ ਨੇਸ਼ਨ ਆਰਗੇਨਾਈਜੇਸ਼ਨ ਨੇ ਕਿਹਾ, ਇੰਗਲੈਂਡ ਦੀ ਪਾਰਲੀਮੈਂਟ ਨੇ ਕਿਹਾ, ਅਮਰੀਕਾ ਦੀ ਆਰਗੇਨਾਈਜੇਸ਼ਨ ਨੇ ਕਿਹਾ ਕਿ ਕਿਸਾਨਾਂ ਦੇ ਉੱਪਰ ਬੜਾ ਰਿਪਰੈਸ਼ਨ ਔਰ ਜ਼ਬਰ ਹੋ ਰਿਹਾ ਹੈ ਔਰ ਜਿਹੜੀ ਦੇਸ਼ ਦੀ ਸਰਕਾਰ ਹੈ ਉਹ ਹਿਊਮਨ ਰਾਈਟਸ ਦੀ, ਡੈਮੋਕ੍ਰੈਟਿਕ ਰਾਈਟਸ ਦੀ, ਸਿਵਲ ਲਿਬਰਟੀਜ਼ ਦੀ ਬਹੁਤ ਵੱਡੀ ਉਲੰਘਣਾ ਔਰ ਵਾਇਲੇਸ਼ਨ ਕਰ ਰਹੀ ਹੈ। ਉਹਨਾਂ ਨੇ ਇਹ ਮਸਲਾ ਬੜਾ ਟੇਕ ਅਪ ਕੀਤਾ, ਕੋਈ ਛੋਟੀ ਗੱਲ ਨਹੀਂ। ਸਰਕਾਰ ਦਾ ਦੇਸ਼ ਦੇ ਵਿੱਚ ਤਾਂ ਆਈਸੋਲੇਟ ਹੋ ਰਹੀ ਹੈ, ਜੇ ਵਿਦੇਸ਼ਾਂ ਦੇ ਵਿੱਚ ਵੀ ਆਈਸੋਲੇਟ ਹੋਣੀ ਸ਼ੁਰੂ ਹੋ ਜਾਏ ਜਿਸ ਤਰ੍ਹਾਂ ਹੋ ਰਹੀ ਹੈ ਤਾਂ ਸਰਕਾਰ ਕੋਲ ਕਿਹੜਾ ਮੈਦਾਨ ਇੱਥੇ ਰਹਿੰਦਾ ਹੈ। ਉਹ ਡੇ ਬਾਈ ਡੇ ਮੈਂ ਕਹਿੰਦਾ ਵੀ ਉਸਦਾ ਪੋਲੀਟੀਕਲ ਨੁਕਸਾਨ ਸਰਕਾਰ ਦਾ ਹੋਵੇ। ਭੰਗੂ ਸਾਹਿਬ, ਇੱਥੇ ਇੱਕ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਸੀ ਪਿੱਛੇ ਜੇ ਥੋੜੇ ਦਿਨ ਪਹਿਲਾਂ। ਉਹਨਾਂ ਨੇ ਕਿਹਾ ਕਿ ਮੈਂ ਵਿਚੋਲਗੀ ਕਰਨ ਲਈ ਤਿਆਰ ਹਾਂ, ਕਿਸਾਨ ਕਹਿਣ ਤਾਂ ਮੈਂ ਗੱਲਬਾਤ ਕਰਾਂ, ਸਰਕਾਰ ਦੇ ਨਾਲ ਵਿੱਚ ਪੈ ਕੇ ਮਸਲੇ ਨੂੰ ਹੱਲ ਕਰਾਈਏ। ਉਹ ਕਹਿੰਦੇ ਇਹਦੇ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੈ, ਕਿਤੇ ਨਾ ਕਿਤੇ ਪਾਕਿਸਤਾਨ ਫਾਇਦਾ ਚੱਕ ਜਾਏਗਾ ਜਿਹੋ ਜਿਹੇ ਹਾਲਾਤ ਜਿਹੜੇ ਉਹ ਸਰਕਾਰ ਨਾਲ ਇੱਥੇ ਭਾਰਤ ਦੇ ਵਿੱਚ ਬਣ ਰਹੇ ਨੇ, ਪੰਜਾਬ ਦੇ ਲੋਕਾਂ ਦੇ ਵਿੱਚ ਜਿਹੋ ਜਿਹੀ ਚਰਚਾ ਚੱਲਦੀ ਹੈ। ਦੇਖੋ, ਗੱਲਬਾਤ ਦਾ ਕਦੇ ਕੋਈ ਇਨਕਾਰ ਹੈ ਨਹੀਂ, ਕੋਈ ਮੀਡੀਏਟਰ ਗੱਲਬਾਤ ਤਾਂ ਕਿਸੇ ਰਾਹੀਂ ਹੋਣੀ ਹੈ। ਜੋ ਪਹਿਲਾਂ ਕਰਵਾਉਂਦੇ ਰਹੇ ਅਸੀਂ ਪਹਿਲਾਂ ਵੀ ਜਾਂਦੇ ਰਹੇ। ਪ੍ਰਧਾਨ ਮੰਤਰੀ ਜੀ ਕਹਿੰਦੇ ਨੇ ਵੀ ਫੋਨ ਕਾਲ ਦੀ ਦੂਰੀ ਤੇ ਨੇ, ਪਰ ਉਹ ਫੋਨ ਕਿਹਨੇ ਕਰਨਾ ਹੈ? ਸਾਨੂੰ ਤਾਂ ਕੋਈ ਫੋਨ ਆਇਆ ਨਹੀਂ। ਜੇ ਆਊਗਾ ਤਾਂ ਕਿਸਾਨ ਜਾਣਗੇ। ਇਸ ਲਈ ਜਦੋਂ ਤੱਕ ਸਰਕਾਰ ਨਹੀਂ ਚਾਹੁੰਦੀ ਉਹ ਤਾਂ ਗੱਲਬਾਤ ਨਹੀਂ ਹੋਊਗੀ। ਸਰਕਾਰ ਚਾਹੂਗੀ ਤਾਂ ਗੱਲਬਾਤ ਹੋਏਗੀ, ਬਹਿਸ ਹੋਣੀ ਹੈ। ਉਸ ਤਰ੍ਹਾਂ ਹੀ ਉਹਦਾ ਰਿਜ਼ਲਟ ਨੈਗੇਟਿਵ ਰਹਿੰਦਾ ਹੈ, ਪੋਜ਼ਿਟਿਵ ਰਹਿੰਦਾ ਹੈ, ਉਹ ਦੂਜੀ ਗੱਲ ਹੈ। ਪਰ ਕੋਈ ਵੀ ਜਿਹੜਾ ਡਿਸਪਿਊਟ ਹੈ ਉਹ ਵਿਦਆਊਟ ਨੈਗੋਸ਼ੀਏਸ਼ਨ, ਵਿਦਆਊਟ ਟੇਬਲ ਟਾਕ ਕਦੇ ਰਿਜ਼ੋਲਵ ਹੋਇਆ ਨਹੀਂ। ਉਸ ਨਾਲ ਹੀ ਰਿਜ਼ੋਲਵ ਹੋਣਾ ਹੈ। ਉਹਦੇ ਲਈ ਅਸੀਂ ਹਮੇਸ਼ਾ ਤਿਆਰ ਹਾਂ, ਜਦ ਵੀ ਆਏਗਾ ਤਾਂ ਕਰਾਂਗੇ। ਜੀ ਜੀ ਜੀ, ਮੇਰਾ ਆਖਰੀ ਸਵਾਲ ਹੈ ਕਿ ਜ਼ਮੀਨੀ ਸਥਿਤੀ, ਜ਼ਮੀਨੀ ਹਾਲਾਤ ਕਿੱਦਾਂ ਦੇ ਨੇ? ਆਪਾਂ ਤਸਵੀਰਾਂ ਦੇਖਦੇ ਹਾਂ ਸੋਸ਼ਲ ਮੀਡੀਆ ਦੇ ਉੱਤੇ ਕਿ ਸਟੇਜ ਦੇ ਪਿੱਛੋਂ ਕੁਝ ਤਸਵੀਰਾਂ ਵਾਇਰਲ ਹੁੰਦੀਆਂ, ਸੰਯੁਕਤ ਕਿਸਾਨ ਮੋਰਚੇ ਸਟੇਜ ਲੱਗੀ ਹੈ, ਬੁਲਾਰਾ ਉੱਤੇ ਬੋਲ ਰਿਹਾ ਤੇ ਗਿਣਤੀ ਦੇ ਲੋਕ ਨਜ਼ਰ ਆਉਂਦੇ ਨੇ। ਉਹਨਾਂ ਤਸਵੀਰਾਂ ਨੂੰ ਲੈ ਕੇ ਕੀ ਕਹਿਣਾ ਚਾਹੋਗੇ? ਉਹ ਵੀ ਤਸਵੀਰਾਂ ਨੇ ਜਿਹਦੇ ਵਿੱਚ ਵੱਡਾ ਇਕੱਠ ਹੁੰਦਾ ਹੈ, ਉਹ ਵੀ ਤਸਵੀਰਾਂ ਨੇ ਜਿਹਦੇ ਵਿੱਚ ਗਿਣਤੀ ਦੇ ਲੋਕ ਬੈਠੇ ਨੇ ਤੇ ਕਹਿ ਦਿੱਤਾ ਜਾਂਦਾ ਕਿ ਦੇਖੋ ਜੀ ਕਿਸਾਨਾਂ ਨੂੰ ਕੋਈ ਸਪੋਰਟ ਨਹੀਂ, ਇਹ ਸਭ ਨੌਜਵਾਨਾਂ ਕਰਕੇ ਹੈ, ਨੌਜਵਾਨਾਂ ਦੇ ਨਾਲ ਜਿਹੜਾ ਵਾਦ ਵਿਵਾਦ ਚੱਲ ਰਿਹਾ ਉਹਦੇ ਕਰਕੇ ਸਾਰਾ ਕੁਝ ਹੋ ਰਿਹਾ। ਦੇਖੋ, ਇਹਦੇ ਵਿੱਚ ਕੋਈ ਬਹੁਤੀ ਸੱਚਾਈ ਨਹੀਂ। ਜੇ ਆਪਾਂ ਕੋਈ ਗਾਹੇ ਵਗਾਹੇ ਕਈ ਵਾਰੀ ਅਖਬਾਰਾਂ 'ਚ ਆਊਟ ਆਫ ਕੰਟੈਕਸਟ ਕੋਈ ਲਾਈਨ ਚੱਕ ਲਈ ਆਪਾਂ, ਤਾਂ ਉਹ ਸਾਰਾ ਉਸਦਾ ਜੋ ਮੇਨ ਕੰਟੈਂਟ ਆ ਉਹਨੂੰ ਬਿਆਨ ਨਹੀਂ ਕਰਦੀ ਹੈ। ਆਪਾਂ ਹਰ ਚੀਜ਼ ਨੂੰ ਕੰਟੈਕਸਟ ਦੇ ਵਿੱਚ ਦੇਖਣਾ ਹੈ। ਸਟੇਜ ਇਹ ਤਾਂ ਹੁੰਦੀ ਨਹੀਂ ਵੀ ਕੋਈ ਸਵੇਰੇ 9 ਵਜੇ ਤੋਂ 5 ਵਜੇ ਤੱਕ ਹੀ ਭਰਿਆ ਰਹਿੰਦਾ ਹੈ। ਇੱਕ ਟਾਈਮ ਹੁੰਦਾ ਹੈ ਜਿਸ ਦੇ ਉੱਪਰ ਸਟੇਜ ਚੱਲਦੀ ਹੈ, ਲੋਕ ਪੰਡਾਲ ਹੁੰਦਾ, ਭਾਸ਼ਣ ਹੁੰਦੇ ਨੇ। ਹੁਣ ਨੌਜਵਾਨਾਂ ਦਾ ਸਵਾਲ, ਇਹ ਇੱਕ ਪਤਾ ਨਹੀਂ ਨੈਰੇਟਿਵ ਐਸਾ ਕਿਉਂ ਸੈੱਟ ਕੀਤਾ ਹੈ ਵੀ ਜਥੇਬੰਦੀਆਂ ਨਾਲ ਨੌਜਵਾਨ ਹੈ ਨਹੀਂ। ਅਸੀਂ ਵੀ ਕਿਸੇ ਵੇਲੇ ਨੌਜਵਾਨ ਸਾਂ, ਤਾਂ ਜਥੇਬੰਦੀਆਂ ਦੇ ਵਿੱਚ ਜਿਹੜੇ ਟਰਾਲੀਆਂ 'ਚ ਲੋਕ ਬੈਠੇ ਨੇ ਉਹ ਵੀ ਨੌਜਵਾਨ ਨੇ। ਹੁਣ ਨੌਜਵਾਨ ਦੀ ਡੈਫੀਨੇਸ਼ਨ ਪਤਾ ਨਹੀਂ ਕੀ ਹੈ। 23 ਮਾਰਚ ਤੁਸੀਂ ਦੇਖੋ, ਤੁਹਾਡੇ ਸਾਹਮਣੇ ਹੈ, 23 ਮਾਰਚ ਨੂੰ ਜਥੇਬੰਦੀਆਂ ਨੇ ਕਾਲ ਅਪਾਨ ਕੀਤਾ ਸ਼ਹੀਦ ਭਗਤ ਸਿੰਘ ਦਾ ਦਿਹਾੜਾ ਮਨਾਉਣ ਲਈ। ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨ ਆਏ, ਸਾਰਾ ਜੈਮ ਪੈਕ ਹੋ ਗਿਆ ਸੀ, ਸਾਰਾ ਦਿਨ ਭਰਿਆ ਰਿਹਾ, ਉਹ ਵੀ ਨੌਜਵਾਨ ਸਨ। ਹੁਣ ਉਹ ਕਿਹੜੇ ਨੌਜਵਾਨ ਦੀ ਗੱਲ ਕਰਦੇ ਆ? ਆਈ ਫੇਲ ਟੂ ਅੰਡਰਸਟੈਂਡ। ਇਸ ਲਈ ਨੌਜਵਾਨ ਜਥੇਬੰਦੀਆਂ ਨਾਲ ਬਥੇਰੇ ਆ, ਪਰ ਫਿਰ ਵੀ ਇਹ ਨਹੀਂ ਕਿ ਅਸੀਂ ਕੋਈ ਪਰਟੀਕੁਲਰ ਨੌਜਵਾਨ ਜਿਹੜੇ ਉਹ ਕਹਿੰਦੇ ਹੁਣ ਕਿ ਉਹਨਾਂ ਪ੍ਰਤੀ ਸਾਡਾ ਕੋਈ ਨੈਗੇਟਿਵ ਐਟੀਟਿਊਡ ਹੈ ਜਾਂ ਕੋਈ ਸਾਨੂੰ ਬੁਲਾਉਣਾ ਨਹੀਂ ਚਾਹੁੰਦੇ। ਹਰ ਇੱਕ ਦਾ ਵੈਲਕਮ ਹੈ। ਵੈਲਕਮ ਇੱਕ ਪੈਰਾਮੀਟਰ ਹੈ, ਜਿਹੜਾ ਪੈਰਾਮੀਟਰ ਖੇਤੀਬਾੜੀ ਕਾਨੂੰਨ, ਸਾਡੇ ਮੁੱਦੇ, ਸੰਯੁਕਤ ਕਿਸਾਨ ਮੋਰਚੇ ਦਾ ਡਿਸਿਪਲਿਨ, ਉਹਦਾ ਪ੍ਰੋਗਰਾਮ ਜਿਹੜਾ ਉਹਨੂੰ ਮੰਨ ਕੇ ਆਉਂਦਾ, ਹਰ ਇੱਕ ਦੀ ਵੈਲਕਮ ਹੈ, ਕੋਈ ਵੀ ਹੋਵੇ। ਅਸੀਂ ਤਾਂ ਇਨਕਾਰ ਨਹੀਂ ਕੀਤਾ ਹੈ ਕਿਸੇ ਨੇ। ਐਸੀ ਸਾਡੀ ਕੋਈ ਹਾਰਡ ਐਂਡ ਫਾਸਟ ਰੂਲ ਵੀ ਨਹੀਂ ਹੈ, ਨਾ ਹਾਰਡ ਲਾਈਨ। ਪਰ ਜੇ ਕੋਈ ਇਸ ਤੋਂ ਬਾਹਰ ਜਾ ਕੇ ਆਪਣੇ ਏਜੰਡੇ ਦੀ ਪ੍ਰਾਪਤੀ ਲਈ ਇਸ ਅੰਦੋਲਨ ਨੂੰ ਵਰਤਣਾ ਚਾਹੁੰਦਾ ਹੋਵੇ
ਤਾਂ ਮੈਂ ਕਹਾਂਗਾ ਉਹ ਬਹੁਤ ਵੱਡਾ ਨੁਕਸਾਨ ਜਿਹੜੇ ਇਹ ਤਨ ਮਨ ਧਨ ਛੱਡ ਕੇ ਗਰੀਬ ਕਿਸਾਨ ਪਿਛਲੇ 6 ਮਹੀਨੇ ਤੋਂ ਬੈਠੇ ਨੇ ਉਹਨਾਂ ਦੇ ਵੀ ਨੁਕਸਾਨ ਕਰੇਗਾ, ਆਪਣਾ ਵੀ ਕਰੂਗਾ ਔਰ ਸਰਕਾਰ ਦੀ ਸੇਵਾ ਕਰ ਰਿਹਾ ਹੋਵੇਗਾ। ਜੀ ਸ਼ੁਕਰੀਆ ਪੰਗੂ ਸਾਹਿਬ, ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ। ਬਹੁਤ ਧੰਨਵਾਦ ਜੀ, ਮਿਹਰਬਾਨੀ।